ਵਾਹਿਗੁਰੂ ਸਾਹਿਬ ਜੀ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੁ ਬਕੁ ਸੁਬਰਸਨਾ, ਦੀਜੈ ਪ੍ਰਾਨ ਅਕੋਰ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬਿਨ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਮਨ ਮੁਖ ਕਰਮ ਕਮਾਵਣੇ, ਹੋਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਬਿਨ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸਹਿਸਾਰ। ਮਨ ਮੁਖ ਕਰਮ ਕਮਾਵਣੇ, ਹੋਮੈ ਅੰਧ ਗੁਬਾਰ। ਗੁਰਮੁਖ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਆਨ ਦਿਨ ਉਸਤਤ ਹੋਵੈ। ਮਨ ਮੁਖ ਭਰਮੈ ਸਹਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗਹਿ ਸਭੈ ਸੁਭਾਏ, ਨਾਨਕ ਨਾਮ ਰਤਿਆ ਬਲ ਜਾਓ। ਪੌੜੀ ਸੇ ਹਰ ਨਾਮ ਧਿਆਵੈ ਹੈ, ਜੋ ਹਰ ਰਤਿਆ। ਹਰ ਇੱਕ ਧਿਆਵੈ ਹੈ, ਇੱਕ ਇੱਕੋ ਹਰ ਸਤਿਆ। ਹਰ ਇੱਕੋ ਵਰਤੈ, ਇੱਕ ਇੱਕੋ ਉਤਪਤਿਆ। ਜੋ ਹਰ ਨਾਮ ਧਿਆਵੈ ਹੈ, ਤਿਨ ਡਰ ਸੱਟ ਘਤਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰ ਜਪਿਆ। ਗੁਰਮਤਿ ਦੇਵੈ ਆਪ, ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰਿ ਅਵਤਾਰ, ਜਗਮਗ ਜੋਤ ਵਿਰਾਜਿ ਸ੍ਰੀ ਗੁਰੂ ਗ੍ਰੰਥ ਮਝਾਰ। ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ, ਐ ਸ਼ਾਂਤ ਮਨ ਸੰਤ ਜਿਹੇ ਤਿਹ ਪਦ ਨਮੋ ਹਮਾਰ। ਬੇਸਮਾਰ ਅਥਾਹ ਗੰਤਿ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਅੰਮ੍ਰਿਤ ਵੇਲੇ ਦਾ ਸੁੰਦਰ ਦੀਵਾਨ ਸਜਿਆ ਹੋਇਆ ਹੈ।
ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਤਿਕਾਰਯੋਗ ਬਾਬਾ ਬਹਾਦਰ ਸਿੰਘ ਜੀ ਨੇ ਬੜੇ ਸੰਗੀਤ ਕਲਾ ਦੇ ਅਨੁਸਾਰ, ਰਾਗ ਵਿਦਿਆ ਦੇ ਅਨੁਸਾਰ ਇਹ ਸੇਵਾ ਨਿਭਾਈ ਹੈ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਆਇਆ ਹੈ। ਉਸ ਦੀ ਵਿਚਾਰ ਦਾ ਸਮਾਂ ਗੌੜੀ ਰਾਗ ਦੇ ਅੰਦਰ ਇਹ ਅੰਮ੍ਰਿਤ ਬਚਨ ਤੀਸਰੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਪਰ ਜਿਹੜੀ ਗੌੜੀ ਦੀ ਬਾਰ ਹੈ, ਬਾਰ ਦਾ ਅਰਥ ਹੁੰਦਾ ਪੌੜੀਆਂ। ਇਹ ਸ਼ੁਰੂ ਦੇ ਸਿਰਲੇਖ ਹੈ ਕਿ ਗੌੜੀ ਕੀ ਵਾਰ ਮਹੱਲਾ ਚੌਥਾ। ਇਹਦਾ ਅਰਥ ਬਣਿਆ ਕਿ ਗੌੜੀ ਰਾਗ ਦੇ ਅੰਦਰ ਇਸ ਵਾਰ ਦੀਆਂ ਜਿੰਨੀਆਂ ਵੀ ਪੌੜੀਆਂ ਨੇ ਉਹ ਗੁਰੂ ਰਾਮਦਾਸ ਮਹਾਰਾਜ ਦੀਆਂ ਆਉਣਗੀਆਂ, ਔਰ ਇਹਦੇ ਵਿੱਚ ਮਹੱਲੇ ਜਿਹੜੇ ਨੇ ਉਹ ਮਿਲਵੇਂ। ਇਸ ਕਰਕੇ ਇੰਨਾ ਕੇ ਭੇਦ ਜਾਣਨਾ। ਸੋ ਮੁੱਖ ਵਾਕ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਆ ਹੈ, ਆਓ ਸੰਖੇਪ ਦੇ ਨਾਲ ਉਸ ਦੀ ਵਿਚਾਰ ਅੱਖਰੀ ਅਰਥ ਕਰਕੇ ਆਪਣਾ ਸਮਾਂ ਸਫਲਾ ਕਰੀਏ ਜੀ। ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਦਾ ਇਹ ਸ਼ਲੋਕ ਹੈ, ਉਚਾਰਨ ਕੀਤਾ ਹੋਇਆ ਜੀ। ਬਿਨ ਨਾਵੈ ਸਭ ਭਰਮ ਦੇ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਨ ਤੋਂ ਬਿਨਾ ਸਾਰੇ ਸੰਸਾਰ ਦੇ ਜੀਵ ਭਰਮ ਦੇ ਭਰਮਾਏ ਹੋਏ ਚੱਕਰ ਕੱਟਦੇ ਫਿਰਦੇ ਆ। ਭਰਮਣਾ ਚੱਕਰ ਕੱਟਣਾ ਹੁੰਦਾ। ਕਬਹੂ ਜੀੜਾ ਉਹ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ। ਇਹ ਸਭ ਭਰਮਣਾ ਹੀ ਹੈ। ਔਰ ਭਰਮ ਦੇ ਵਿੱਚ ਭਾਵੇਂ ਦੇਵਤੇ ਹਨ, ਭਾਵੇਂ ਦੇਵੀਆਂ ਹਨ, ਭਾਵੇਂ ਮਨੁੱਖ ਹੈ। ਭਰਮੇ ਸੁਰ ਨਰ ਦੇਵੀ ਦੇਵਾ, ਇਹ ਸਾਰੇ ਹੀ ਭਰਮ ਦੇ ਵਿੱਚ। ਨਾਮ ਤੋਂ ਬਿਨਾ ਐਸਾ ਹੀ ਬਿਨ ਨਾਵੇ ਸੋ ਭਰਮ ਦੇ। ਭਰਮ ਦੇ ਭਰਮਾਏ ਹੋਏ ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਕੋਈ ਕਲਪਤ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਇਹ ਵੀ ਭਰਮ ਹੈ। ਇਹਦੇ 'ਚ ਮੁਕਤੀ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਸੰਸਾਰ ਭਰਮ ਦਾ ਭਰਮਾਇਆ ਹੋਇਆ। ਭਰਮ ਜਿਹੜਾ ਹੈ ਉਹ 5 ਪ੍ਰਕਾਰ ਦਾ ਹੈ। ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ। ਇਹ ਭਰਮ ਦੇ ਹੀ ਭਰਮ ਦੇ ਹਨ। ਨਿਤ ਜਗ ਟੋਟਾ ਸੰਸਾਰ। ਇਹ ਜਗ ਜੀਵਾਂ ਨੂੰ, ਸੰਸਾਰ ਨੂੰ ਨਿਤਾ ਪ੍ਰਤੀ ਇਹ ਟੋਟਾ ਨਾਮ ਘਾਟੇ ਦਾ ਹੈ। ਘਾਟਾ ਹੀ ਪੈ ਰਿਹਾ ਹੈ। ਸਵਾਸ ਜਾ ਰਹੇ ਨੇ, ਇਹ ਸਵਾਸਾਂ ਦੇ ਨਾਲ ਕਮਾਈ ਨਾਮ ਦੀ ਹੋ ਨਹੀਂ ਰਹੀ। ਇਸ ਕਰਕੇ ਸਹਿਸਾਰ ਸ਼ਬਦ ਵੀ, ਸੰਸਾਰ ਸ਼ਬਦ ਵੀ ਇੱਕੋ ਹੀ ਅਰਥ ਰੱਖਦਾ ਹੈ, ਪਰ ਅੱਖਰ ਜਿਵੇਂ ਲਿਖੇ ਹੋਣ ਉਸੇ ਤਰ੍ਹਾਂ ਹੀ ਬੋਲਣੇ ਬਣਦੇ ਹੈ। ਇਸ ਕਰਕੇ ਸਹਿਸਾਰ ਦਾ ਅਰਥ ਵੀ ਸੰਸਾਰ। ਸੰਸਾਰ ਸੰਸਿਆਂ ਦਾ ਜੋ ਘਰ ਹੋਵੇ, ਉਹ ਇਸ ਪ੍ਰਕਾਰ ਫਿਰ ਘਾਟੇ ਦੇ ਵਿੱਚ ਹੈ ਜੀ। ਮਨਮੁਖ ਕਰਮ ਕਮਾਵਣੇ। ਜਿਹੜੇ ਮਨਮੁਖ ਨੇ ਉਹ ਜੋ ਵੀ ਕਰਮ ਕਰਦੇ ਹੈ। ਕਰਮ ਜਿਹੜਾ ਸ਼ਾਸਤਰੀ ਕਰਮ ਫਿਲਾਸਫੀ ਸਮਝਣੀ ਬੜੀ ਔਖੀ ਹੈ। ਇਹ ਜਲਦੀ ਦੇ ਕੇ ਸਮਝ ਆਉਣ ਵਾਲੀ ਬਾਤ ਹੈ ਨਹੀਂ। ਇਹ ਵਾਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਨੰਦਪੁਰ ਸਾਹਿਬ ਆਪਣੇ ਖਾਲਸੇ ਨੂੰ ਸਮਝਾਈ ਸੀ। ਉਹ ਵੀ ਸਿੰਘਾਂ ਨੇ ਪ੍ਰਸ਼ਨ ਕੀਤਾ ਸੀ, ਮਹਾਰਾਜ ਕਰਮ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਕਰਮ ਦੀ ਪਰਿਭਾਸ਼ਾ ਕੀ ਹੈ ਤੇ ਕਰਮ ਦਾ ਫਲ ਕੀ ਹੈ? ਮਹਾਰਾਜ ਸਾਹਿਬ ਕਹਿੰਦੇ, ਸਾਡਾ ਤਾਂ ਹੁਣ ਸਮਾਂ ਹੋ ਗਿਆ ਮਹਿਲਾਂ ਨੂੰ ਜਾਣ ਦਾ। ਦੀਵਾਨ ਦੀ ਸਮਾਪਤੀ ਦੇ ਤੁਸੀਂ ਪ੍ਰਸ਼ਨ ਕੀਤਾ ਹੈ, ਇਸ ਲਈ ਮੈਂ ਫਿਰ ਇਹ ਗੱਲ ਕਰਦਾ ਵੀ ਭਾਈ ਦਇਆ ਸਿੰਘ ਜੀ ਮੇਰਾ ਹੀ ਰੂਪ ਹੈ।
ਤੁਸੀਂ ਇਹਨਾਂ ਨੂੰ ਜੋ ਵੀ ਪ੍ਰਸ਼ਨ ਇਹ ਤੇ ਇਲਾਵਾ ਹੋਰ ਵੀ ਕਰੋਗੇ, ਇਹ ਉੱਤਰ ਦੇਣਗੇ ਸਾਡੇ ਵੱਲੋਂ। ਮੇਰਾ ਅੱਜ ਰੁਝਾਨ ਐਸਾ ਹੈ, ਇਸ ਕਰਕੇ ਵੀ ਤੁਸੀਂ ਭਾਈ ਦਇਆ ਸਿੰਘ ਤੋਂ ਪੁੱਛ ਲਓ। ਇਹ ਕਲਗੀਧਰ ਮਹਾਰਾਜ ਨੇ ਕਿਹਾ ਸੀ ਵੀ ਸਾਰਿਆਂ ਦੇ ਵਿੱਚ ਹੀ ਉਚਾਰਨ ਕੀਤਾ, ਦਇਆ ਸਿੰਘ ਮਮ ਰੂਪ ਉਦਾਰਾ, ਮੇਰਾ ਸ੍ਰੇਸ਼ਟ ਰੂਪ ਹੈ ਭਾਈ ਦਇਆ। ਉਸ ਵੇਲੇ ਫਿਰ ਭਾਈ ਦਇਆ ਸਿੰਘ ਨੇ ਕਰਮ ਦੀ ਜਿਹੜੀ ਫਿਲਾਸਫੀ ਸੀ ਉਹ ਅਨੰਦਪੁਰ ਸਾਹਿਬ ਵਰਣਨ ਕੀਤੀ ਹੈ। ਉਹ ਬਹੁਤ ਲੰਬੇਰੀ ਕਥਾ ਹੈ। ਉਹ 2-3 ਦਿਨ ਦੇ ਵਿੱਚ ਘੰਟਾ ਰੋਜ਼ ਲੱਗੇ, ਫਿਰ ਉਹ ਕਰਮ ਦੀ ਗੱਲ ਸਮਝ ਆ ਸਕਦੀ ਹੈ। ਉਹ ਇਸ ਕਰਕੇ ਹੈ ਵੀ ਮਨੁੱਖ ਜਿਹੜੇ ਨੇ ਉਹ ਕਰਮ ਜਿਹੜਾ ਜੋ ਵੀ ਅਸੀਂ ਅਭਿਮਾਨ ਸਹਿਤ ਕਿਰਿਆ ਕਰਦੇ ਹਾਂ ਉਹਦਾ ਕਰਮ ਬਣਦਾ। ਭਾਵੇਂ ਮਾੜੀ ਕਿਰਿਆ ਕਰੀਏ ਹੰਕਾਰ ਦੇ ਨਾਲ, ਭਾਵੇਂ ਚੰਗੀ ਕਰੀਏ, ਇੰਨਾ ਹੀ ਫਰਕ ਹੈ ਵੀ ਚੰਗੀ ਕਿਰਿਆ ਦਾ ਪੁੰਨ ਕਰਮ ਬਣਦਾ ਹੈ, ਮਾੜੀ ਕਿਰਿਆ ਦਾ ਪਾਪ ਕਰਮ ਬਣਦਾ ਹੈ। ਉਹਦਾ ਫਿਰ ਅੱਗੇ ਚੱਲ ਕੇ ਸੰਚਿਤ ਕਰਮਾਂ ਦੇ ਇਕੱਠੇ ਹੋ ਜਾਂਦੇ ਹੈ। ਸੰਚਿਤ, ਪ੍ਰਲਬਧ, ਕਿਰਿਮਾਨ, ਇਹ ਮੂਲ ਰੂਪ ਦੇ 3 ਪ੍ਰਕਾਰ ਦੇ ਹੁੰਦੇ ਆ। ਉਹਨਾਂ ਦੇ ਅਨੁਸਾਰ ਵੀ ਸਾਨੂੰ ਸਰੀਰ ਮਿਲਦੇ ਆ। ਕਰਮੀ ਆਵੇ ਕੱਪੜਾ। ਮਨਮੁਖ ਜਿਹੜੇ ਨੇ ਉਹ ਕਰਮ ਕਮਾਉਂਦੇ ਹੈ ਹਉਮੈ ਦੇ ਸਹਿਤ ਹੋ ਕਰਕੇ। ਇਸ ਕਰਕੇ ਉਹ ਪਾਪ ਕਰਮ ਕਰਨ ਕਰਕੇ ਨਰਕਾਂ ਦੇ 84 ਦੇ ਦੁੱਖ ਭੋਗਦੇ ਹਨ। ਹਉਮੈ ਅੰਧ ਗੁਬਾਰ। ਹਉਮੈ ਦਾ ਅਰਥ ਹੈ ਜਿੱਥੇ ਹੰਗਤਾ ਤੇ ਮਮਤਾ ਦੋ ਦਾ ਮੇਲ ਹੋਵੇ। ਜਿਹੜੇ ਹਉਮੈ ਦੇ ਅੰਦਰ ਕਰਮ ਕਮਾ ਰਹੇ ਹੈ ਤੇ ਉਹ ਅੰਧ ਅਗਿਆਨੀ, ਗੁਬਾਰ ਨਾਮ ਹੁੰਦਾ ਹੈ, ਗਾੜੇ ਅੰਧੇਰੇ ਦੇ ਵਿੱਚ ਹੈ। ਅਗਿਆਨਤਾ ਦਾ ਬਹੁਤਾ ਹੀ ਅੰਧੇਰਾ ਹੈ, ਉਹਦੇ ਠੋਕਰਾਂ ਖਾ ਰਹੇ ਹਨ। ਗੁਰਮੁਖ ਅੰਮ੍ਰਿਤ ਪੀਵਣਾ। ਜਿਹੜੇ ਗੁਰਮੁਖ ਨੇ ਉਹ ਫਿਰ ਭਾਈ ਨਾਮ ਅੰਮ੍ਰਿਤ ਨੂੰ ਪੀਂਦੇ। ਮਿਰਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਨੂੰ ਅੰਮ੍ਰਿਤ ਕਹਿੰਦੇ। ਪਰਮੇਸ਼ਰ ਆਪ ਅੰਮ੍ਰਿਤ ਰੂਪ ਹੈ, ਜਾਣੀ ਮਿਰਤੂ ਤੋਂ ਰਹਿਤ। ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹ ਵੀ ਮਿਰਤੂ ਤੋਂ ਰਹਿਤ ਕਰਨ ਦੀ ਸ਼ਕਤੀ ਰੱਖਦਾ। ਇਸ ਕਰਕੇ ਗੁਰਮੁਖ ਜਨ ਨਾਮ ਅੰਮ੍ਰਿਤ ਨੂੰ ਅੰਮ੍ਰਿਤ ਪੀਆ ਸਤਿਗੁਰ ਦੀ ਹੈ। ਉਹ ਨਾਮ ਸਤਿਗੁਰਾਂ ਨੇ ਦਿੱਤਾ ਹੈ। ਪੀਣਾ ਕਿਸ ਤਰ੍ਹਾਂ ਹੈ? ਜਿਹੜਾ ਪੁਨः ਅਭਿਆਸ ਕਰਨਾ ਹੈ। ਗੁਰਮੁਖ ਅੰਮ੍ਰਿਤ ਪੀਵਣਾ। ਮੁਖੀ ਗੁਰੂ ਸਾਹਿਬ ਦੁਆਰਾ ਇਹ ਨਾਮ ਦਾ ਅੰਮ੍ਰਿਤ ਉਹ ਪੀਣਾ ਕਰਦੇ ਹਨ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾ। ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਸਾਡੀ ਦੇਹ ਦੇ ਅੰਦਰ ਇਹ ਨਾਮ ਹੈ। ਜਿਵੇਂ ਧਰਤੀ ਦਾ ਪਾਣੀ ਬਾਹਰ ਤੋਂ ਜਦੋਂ ਬੋਰ ਕਰਦੇ ਹੈ, ਹੋਰ ਹੈ ਧਰਤੀ ਦੇ ਵਿੱਚੋਂ ਪਾਣੀ ਕੱਢਣ ਦਾ ਹੀ ਤਰੀਕਾ ਹੈ, ਪਹਿਲਾਂ ਬਾਹਰੋਂ ਪਾਣੀ ਪਾਇਆ ਜਾਂਦਾ ਹੈ। ਇਸ ਕਰਕੇ ਫਿਰ ਜਦੋਂ ਬਾਹਰ ਤੋਂ ਵਾਹਿਗੁਰੂ 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 ਦਾ ਅੰਮ੍ਰਿਤ ਪਾਵਾਂਗੇ ਤੇ ਅੰਦਰ ਦਾ ਨਾਮ ਜਿਹੜਾ ਉਹ ਜਾਗਰਤ ਅਵਸਥਾ ਵਿੱਚ ਆ ਕੇ ਚੱਲ ਪਵੇਗਾ। ਅੰਦਰਲੇ ਧਰਤੀ ਦੇ ਪਾਣੀ ਦੀ ਤਰ੍ਹਾਂ ਹੈ ਦੇਹ ਦੇ ਅੰਦਰ। ਤੋ ਇਸ ਕਰਕੇ ਫਿਰ ਗੁਰਮੁਖ ਉਹਨੂੰ ਪੀਣਾ ਕਰਦੇ ਹੈ, ਪ੍ਰੀਤੀ ਰੂਪੀ ਜੀਵ ਦੇ ਨਾਲ ਪੀਣਾ ਕਰਦੇ ਹਨ। ਨਾਨਕ ਸ਼ਬਦ ਵਿਚਾਰ। हे ਗੁਰੂ ਅਮਰਦਾਸ ਜੀ, ਇਹਦਾ ਤਰੀਕਾ ਕੀ ਹੈ? ਕਹਿੰਦੇ ਵੀ ਸ਼ਬਦ ਦੀ ਵਿਚਾਰ ਜਿਹੜੀ ਕਰਨੀ ਹੈ, ਇਹਦੇ ਦੁਆਰਾ ਅੰਮ੍ਰਿਤ ਪੀਤਾ ਜਾਂਦਾ ਹੈ। ਇਸ ਕਰਕੇ ਸ਼ਬਦ ਦੀ ਵਿਚਾਰ ਦਾ ਅਰਥ ਹੈ ਵੀ ਸ਼ਬਦ ਦੇ ਅਰਥਾਂ ਨੂੰ ਸਮਝਣਾ। ਗੁਰਬਾਣੀ ਦੇ ਜਿਹੜੇ ਅਰਥ ਨੇ ਇਹਨਾਂ ਨੂੰ ਸਮਝਣਾ। ਇਸ ਕਰਕੇ ਸ਼ਬਦ ਦੀ ਵਿਚਾਰ ਜਿਹੜੀ ਹੈ ਤੇ ਇਹਦੇ ਦੁਆਰਾ ਫਿਰ ਅੰਮ੍ਰਿਤ ਨਾਮ ਅੰਮ੍ਰਿਤ ਪੀਤਾ ਜਾਂਦਾ ਹੈ। ਤੇ ਅੱਗੇ ਹੁਣ ਫਿਰ ਮਹੱਲਾ ਕਥਨ ਕਰਦੇ ਹਨ ਜੀ। ਮਹੱਲਾ ਤੀਜਾ। ਹਾਂਜੀ। ਸਹਿਜੇ ਜਾਗੈ ਸਹਿਜੇ ਸੋਵੈ। ਇਹ ਜਿਹੜੇ ਨਾਮ ਅਭਿਆਸੀ ਨੇ, ਸਹਿਜੇ ਦੇ ਅਰਥ ਕਈ ਬਣਦੇ ਆ। ਸਹਿਜ ਦਾ ਸੁਤੇ ਸੇ ਪਹਿਲਾ ਅਰਥ ਹੀ ਹੈ ਇਹਦਾ। ਗੁਰਮੁਖ ਸੁਭਾਵਕ ਹੀ ਉਹ ਇਹ ਨਹੀਂ ਹੈ ਵੀ ਕਿਸੇ ਜਗ੍ਹਾ ਕਹਿੰਦੇ ਸੁਤੇ ਸਿੱਧੇ ਸੁਭਾਅ ਬਣਿਆ ਅੰਮ੍ਰਿਤ ਵੇਲੇ ਉੱਠਦੇ। ਸਹਿਜੇ ਜਾਗੇ ਸੁਤੇ ਸਿੱਧ ਹੀ ਫਿਰ ਸਹਿਜੇ ਸੋਵੈ। ਜਦੋਂ ਸੌਣਾ ਵੀ ਆ ਉਹਨਾਂ ਦਾ ਕੋਈ ਘਬਰਾਹਟ ਨਹੀਂ। ਸੌਣ ਵੇਲੇ ਕਈਆਂ ਨੂੰ ਹੁੰਦਾ ਨਾ ਵੀ ਜੇ ਨੀਂਦ ਨਹੀਂ ਆ ਰਹੀ
ਬੇਚੈਨੀ ਲੱਗੀ ਹੋਈ ਹੈ, ਕਾਰੋਬਾਰ 'ਚ ਘਾਟਾ ਪੈ ਗਿਆ, ਜਾਂ ਬੱਚੇ ਨਹੀਂ ਆਖੇ ਲੱਗਦੇ, ਜਾਂ ਕੋਈ ਹੋਰ ਹੈ, ਕਿਸੇ ਤਰ੍ਹਾਂ ਦੀ ਹੈ, ਉਹਦੇ ਕਰਕੇ ਘਬਰਾਹਟ ਹੋ ਰਹੀ ਹੈ, ਕੋਈ ਗੋਲੀਆਂ ਲੈਂਦਾ ਹੈ, ਕੋਈ ਟੀਕੇ ਲਾਉਂਦਾ ਹੈ, ਕੋਈ ਨੀਂਦ ਦਾ ਇੰਤਜ਼ਾਰ ਕਰੀ ਜਾਂਦਾ, ਫਿਰ ਨੀਂਦ ਨਹੀਂ ਆਉਂਦੀ। ਪਰ ਗੁਰਮੁਖ ਐਸਾ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਟਿਕਾਅ ਹੋਣ ਕਰਕੇ ਤੇ ਸੁਤੇ ਸਿੱਧੀ ਉਹਨਾਂ ਨੂੰ ਬਿਰਾਜਦਿਆਂ ਕੀਰਤਨ ਸੋਹਲਾ ਪੜ੍ਹਿਆ ਤੇ ਨੀਂਦ ਆ ਜਾਂਦੀ, ਸਹਿਜੇ ਜਾਗੇ ਸਹਿਜੇ ਸੋਵੇ। ਤੇ ਦੂਸਰਾ ਹੈ ਸਹਿਜੇ ਜਾਗੇ, ਗੁਰਮੁਖ ਜਿਹੜੇ ਨੇ ਉਹ ਸਹਿਜ ਨਾਮ ਗਿਆਨ ਦਾ, ਗੁਰਮੁਖ ਜਨ ਗਿਆਨ ਦੇ ਵਿੱਚ ਜਾਗਿਆ ਇਹਨੂੰ। ਸੰਸਾਰ ਸੁੱਤਾ ਪਿਆ, ਇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਇਹ ਸੰਸਾਰ ਸੁੱਤਾ ਪਿਆ, ਜਾਂ ਤਾਂ ਸੰਸਾਰ ਦੇ ਸਤਿਗੁਰੂ ਆਪ ਜਾਗਦੇ ਹੈ, ਸਤਿਗੁਰ ਜਾਗਤਾ ਹੈ ਦਿਓ, ਜਾਂ ਫਿਰ ਜਿਹੜੇ ਬ੍ਰਹਮ ਵੇਤੇ ਨੇ ਭਾਈ ਤੇ ਉਹ ਗਿਆਨ ਅਵਸਥਾ ਵਿੱਚ ਜਾਗੇ। ਨੀਂਦ ਬਹੁਤ ਹੋਰਾਂ ਰਹਿ ਜਾਂਦੀ ਹੈ, ਜਿੱਥੇ ਉਹ ਜਾਗਰਤ ਅਵਸਥਾ ਅੰਦਰ ਦੀ ਅਵਸਥਾ ਹੈ। ਇੱਕ ਮਹਾਂਪੁਰਸ਼ ਸੰਤ ਸਾਬਣ ਸਿੰਘ ਜੀ ਸੀ, ਉੱਥੇ ਹਰਿਆਣੇ 'ਚ ਰਹਿੰਦੇ ਸੀ ਉਹ, ਤੇ ਉਹ 115 ਕੁ ਵਰ੍ਹੇ ਦੀ ਉਮਰ ਕਹਿੰਦੇ ਨੇ ਉਹਨਾਂ ਦੇ ਪ੍ਰੇਮੀ। ਚਲੋ ਮੈਂ ਉਹਨਾਂ ਦੀ ਡੇਟ ਆਫ ਬਰਥ ਤਾਂ ਨਹੀਂ ਦੇਖੀ, ਮੈਂ ਉਹਨਾਂ ਦੇ ਸਰੀਰ ਚੜ੍ਹਾਈ ਕਰੇ ਤੋਂ ਗਿਆ। 100 ਸਾਲ ਗੁਰਮੰਤਰ ਦਾ ਅਭਿਆਸ ਕੀਤਾ, ਵਾਹਿਗੁਰੂ ਮੰਤਰ ਦਾ 100 ਸਾਲ। ਔਰ ਜੋ ਉਹਨਾਂ ਦਾ ਨਿਤਨੇਮ ਸੀ, ਵਕਤ ਅਖੀਰ ਤੱਕ ਕੋਈ ਨਾਗਾ ਨਹੀਂ। ਪਿਛਲੇ 40 ਸਾਲ ਚੌਂਕੜਾ ਰੱਖਿਆ, ਬਹੁਤਾ ਲੰਮਾ ਚੌਂਕੜਾ ਮਾਰਨ ਕਰਕੇ ਜਿੱਦਣ ਕਿਤੇ ਚੜ੍ਹਾਈ ਕਰੇ ਉਦਣ ਵੀ ਚੌਂਕੜਾ ਲੱਗੇ ਦੇ ਵਿੱਚ ਚੜ੍ਹਾਈ ਕਰ ਗਏ। ਤੇ ਫਿਰ ਜਦੋਂ ਇਸ਼ਨਾਨ ਕਰਾਇਆ, ਲੱਤਾਂ ਨਹੀਂ ਖੁੱਲੀਆਂ। ਫਿਰ ਉਸੇ ਤਰ੍ਹਾਂ ਹੀ ਇਸ਼ਨਾਨ ਕਰਾ ਕੇ ਬੜੀ ਮੁਸ਼ਕਲ ਦੇ ਨਾਲ ਵਸਤਰ ਪਾਏ ਗਏ। ਫਿਰ ਇਸ ਵੀ ਅਰਥੀ ਦੇ ਉੱਤੇ ਕਿਵੇਂ ਪਾਇਆ ਜਾਵੇ, ਨਹੀਂ ਪਾ ਸਕੇ। ਇਸ਼ਨਾਨ ਕਰਾ ਕੇ ਅਰਥੀ ਤੇ ਬਿਠਾਇਆ ਗਿਆ, ਉਸੇ ਤਰ੍ਹਾਂ ਚੌਂਕੜਾ ਲੱਗਿਆ ਅਰਥੀ ਤੇ ਬਿਠਾ ਦਿੱਤਾ। ਮੈਂ ਜ਼ਿੰਦਗੀ ਇੱਕੋ ਹੀ ਅਰਥੀ ਦੇਖੀ ਹੈ ਵੀ ਜਿਹੜਾ ਅਰਥੀ ਦੇ ਉੱਤੇ ਪਿਆ ਮੁਰਦਾ ਤਾਂ ਸੈਂਕੜੇ ਹਜ਼ਾਰਾਂ ਦੇਖੇ, ਪਰ ਬੈਠਾ ਮੁਰਦਾ ਪਹਿਲੀ ਵਾਰ ਦੇਖਿਆ। ਵੀ ਧੰਨ ਮਹਾਂਪੁਰਸ਼, ਐਸੀ ਕਮਾਈ ਹੈ। ਤੇ ਫਿਰ ਚਿਖਾ 'ਚ ਵੀ ਅਸੀਂ ਚੱਕ ਕੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਰੱਖਿਆ ਹੈ ਅੰਗੀਠੇ ਤੇ। ਉਹਨਾਂ ਮਹਾਂਪੁਰਸ਼ਾਂ ਨੂੰ ਮੈਂ ਪੁੱਛਿਆ ਸੀ ਇੱਕ ਵਾਰੀ ਇਕਾਂਤ ਦੇ ਵਿੱਚ, ਦੋਨੇ ਸੀ ਅਸੀਂ। ਮੈਂ ਕਿਹਾ ਜੀ ਤੁਹਾਡਾ ਅਭਿਆਸ 100 ਸਾਲ ਦਾ ਹੈ, ਵੀ ਮੈਂ ਸਿਰਫ ਤੁਹਾਡੀ ਅਵਸਥਾ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦਾ, ਵੀ ਜੇ ਨਾ ਦੱਸਣਾ ਹੋਇਆ ਉਸ ਤਰ੍ਹਾਂ ਜਵਾਬ ਦੇ ਦਿਓ ਵੀ ਮੈਂ ਦੱਸਣਾ ਨਹੀਂ, ਪਰ ਘੁਮਾਇਓ ਨਾ ਗੱਲ। ਤੇ ਚੁੱਪ ਕਰਕੇ ਮੈਂ ਕਿਹਾ ਜੀ ਦੱਸੋ ਕੀ ਅਵਸਥਾ? ਕਹਿੰਦੇ ਮੇਰੀ ਕੀ ਅਵਸਥਾ ਹੋਣੀ ਸੀ? ਕਹਿੰਦੇ ਸੀ ਕਿਉਂਕਿ ਹੋਛੇ ਬੰਦਿਆਂ ਦਾ ਕੰਮ ਹੁੰਦਾ ਹੈ ਪ੍ਰਗਟ ਕਰਨਾ, ਉਹ ਸੰਕੋਚ ਕਰਦੇ ਸੀ। ਮੈਂ ਕਿਹਾ ਜੀ ਫਿਰ ਤਾਂ ਟਾਲ ਵਾਲੀ ਗੱਲ ਹੋਈ ਨਾ। ਕਹਿੰਦੇ ਨਹੀਂ ਨਹੀਂ, ਇਹ ਤਾਂ ਨਹੀਂ, ਇਹ ਵੀ ਨਹੀਂ ਕੋਈ ਗੱਲ। ਕਹਿੰਦੇ ਬਾਈ ਮੈਂ ਅਨਪੜ੍ਹ ਹਾਂ, ਪੜ੍ਹਿਆ ਹੋਇਆ ਤਾਂ ਹੈ ਨਹੀਂ। ਕਹਿੰਦੇ ਤੂੰ ਪੜ੍ਹਿਆ ਲਿਖਿਆ, ਵੀ ਤੂੰ ਹਿਸਾਬ ਲਾ ਲਈ ਕਿਹੜੀ ਅਵਸਥਾ ਹੋ ਸਕਦੀ ਹੈ, ਮੈਂ ਦੱਸ ਦੇਣਾ। ਦੇਖੋ ਉਹਨਾਂ ਦਾ ਤਰੀਕਾ ਦੱਸਿਆ। ਕਹਿੰਦੇ ਭਾਈ ਨੀਂਦ ਆਉਂਦੀ ਹੈ, ਇੱਥੋਂ ਸ਼ੁਰੂ ਕੀਤੀ ਉਹਨਾਂ ਨੇ। ਨੀਂਦ ਆਉਂਦੀ ਹੈ, ਸਰੀਰ ਨੂੰ ਆਰਾਮ ਦੇ ਕੇ ਚਲੀ ਜਾਂਦੀ ਹੈ, ਪਰ ਜਿੱਥੇ ਕਹਿੰਦੇ ਨਾਮ ਦੀ ਧੁਨ ਚੱਲ ਰਹੀ ਹੈ, ਨੀਂਦ ਨੇ ਕਦੇ ਉਹਦੇ 'ਚ ਰੁਕਾਵਟ ਨਹੀਂ ਪਾਈ। ਜਾਗਦਿਆਂ ਤਾਂ ਕੀ ਭੁੱਲਣਾ, ਕਹਿੰਦੇ ਸੁੱਤਿਆਂ ਵੀ ਨਹੀਂ ਭੁੱਲਿਆ। ਇਹ ਹੈ ਜਾਗਰਤ ਅਵਸਥਾ ਦੇ ਲੋਕਾਂ ਦੀ ਬਾਤ। ਜ਼ਿੰਦਗੀ 'ਚ ਮਿਲੇ ਹੈ ਸਾਨੂੰ ਤਾਂ ਇਹ ਦੇ। ਇਸ ਕਰਕੇ ਸਾਧ ਜੀ ਗੁਰਮੁਖ ਸਹਿਜੇ ਜਾਗੇ, ਉਹ ਸੁਤੇ ਸਿੱਧ ਪਹਿਲਾ ਅਰਥ ਸੀ। ਦੂਜਾ ਗਿਆਨ ਅਵਸਥਾ ਵਿੱਚ ਜਾਗਦੇ ਆ। ਸਹਿਜੇ ਸੋਵੈ, ਫਿਰ ਉਹ ਗਿਆਨ ਦੀ ਸ਼ਕਤੀ ਦੇ ਨਾਲ ਸੰਸਾਰ ਵੱਲੋਂ ਸੁੱਤੇ ਹੈ। ਸੰਸਾਰ ਵੱਲੋਂ ਤਾਂ ਸੁਣ ਹੋ ਗਈ ਕਿਰਿਆ। ਜਦੋਂ ਬੰਦਾ ਸੁੱਤਾ ਹੁੰਦਾ ਉਹਦੇ ਕੋਈ ਕਿਰਿਆ ਨਹੀਂ ਕਰਦਾ, ਉਹ ਸੰਸਾਰ ਵਾਲੇ ਪਾਸੇ ਬਿਰਤੀ ਉਹਨਾਂ ਦੀ ਕੋਈ ਕਿਰਿਆ ਹੀ ਨਹੀਂ ਕਰਦੀ। ਇਸ ਕਰਕੇ ਇਹਦੇ ਸਹਿਜੇ ਜਾਗੇ ਸਹਿਜੇ ਸੋਵੈ ਅਰਥ ਹੋਰ ਵੀ ਬਣਦੇ ਆ, ਪਰ ਸਮੇਂ ਦੇ ਅਨੁਸਾਰ ਹੀ ਠੀਕ ਹੈ। ਹਾਂਜੀ ਅੱਗੇ ਚਲੋ। ਗੁਰਮੁਖ ਆਨ ਦਿਨ ਉਸਤਤ ਹੋਵੈ। ਇਹ ਗੁਰਮੁਖਾਂ ਦੀ ਰਾਤ ਦਿਨ ਫਿਰ ਇੱਕ ਰਸ ਉਸਤਤ ਨਾਮ ਵਡਿਆਈ ਦਾ। ਤਿਨ ਕੀ ਸੋਭਾ ਸਭ ਨਹੀਂ ਥਾਈ, ਉਹ ਸਾਰੀ ਜਗ੍ਹਾ ਵਡਿਆਈ। ਦੇਵੀ ਦੇਵਤੇ ਵਡਿਆਈ ਕਰਦੇ ਬੰਦਗੀ ਵਾਲਿਆਂ ਦੀ।
ਤੋ ਇਸ ਕਰਕੇ ਫਿਰ ਉਹ ਗੁਰਮੁਖ ਜਿਹੜੇ ਨੇ ਉਹਨਾਂ ਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੰਸਾਰ ਉਹਨਾਂ ਦੀ ਵਡਿਆਈ ਕਰਦਾ ਹੈ। ਮਨਮੁਖ ਭਰਮੈ ਸਹਸਾ ਹੋਵੈ। ਇਹ ਮਨਮੁਖ ਜਿਹੜੇ ਨੇ ਭਾਈ ਉਹ ਭਰਮ ਦੇ ਭਰਮਾਏ ਹੋਏ, ਉਹਨਾਂ ਦੇ ਅੰਦਰੋਂ ਸੰਸਾ ਹੀ ਨਹੀਂ ਜਾਂਦਾ। ਸੰਸਾ ਗਮ ਫਿਕਰਾਂ ਨੂੰ ਵੀ ਕਹਿੰਦੇ ਹੈ ਤੇ ਸੰਸਾ ਸ਼ੰਕਾ ਨੂੰ ਵੀ ਕਹਿੰਦੇ, ਉਹਨਾਂ ਦੇ ਅੰਦਰ ਸ਼ੰਕਾ ਹੀ ਬਣੀ ਰਹਿੰਦੀ ਹੈ। ਇਸ ਕਰਕੇ ਮਨਮੁਖ ਜਿਹੜੇ ਨੇ ਉਹ ਤਾਂ ਭਰਮਣ ਕਰਦੇ ਹੈ, ਉਹਨਾਂ ਦੇ ਅੰਦਰ ਸੰਸਾ, ਪ੍ਰਮਾਣਗਤ ਸੰਸਾ, ਪ੍ਰਮੇਹਗਤ ਸੰਸਾ, ਵਿਪਰਜੇ ਸੰਸਾ, ਸੰਸਿਕ ਦੇ ਇੱਕ ਕਿਸਮ ਦੇ। ਇਸ ਕਰਕੇ ਉਹ ਫਿਰ ਸੰਸੇ ਜਿਹੜੇ ਨੇ ਉਹ ਤਿੰਨੇ ਪ੍ਰਕਾਰ ਦੇ ਸੰਸੇ ਉਹਨਾਂ ਨੇ ਖੋ ਦਿੱਤੇ ਹੈ। ਤੇ ਇਸ ਪ੍ਰਕਾਰ ਜਿਹੜੇ ਸੰਸਾਰ ਹੈ ਉਹ ਤਿੰਨਾਂ ਸੰਸਿਆਂ ਦੇ ਵਿੱਚ ਹੀ ਹੈ। ਤੇ ਮਨਮੁਖ ਭਰਮੈ ਸਹਿਸਾ ਹੋਵੇ, ਉਹਨਾਂ ਨੂੰ ਇਹ ਸੰਸੇ ਵਿਆਪਦੇ ਰਹਿੰਦੇ ਹਨ। ਅੰਤਰ ਚਿੰਤਾ ਨੀਂਦ ਨਾ ਸੋਵੈ। ਜਿਹਦੇ ਅੰਦਰ ਚਿੰਤਾ ਆਵੜੇ ਉਹਨੂੰ ਨੀਂਦ ਨਹੀਂ ਆਇਆ ਕਰਦੀ। ਚਿੰਤਾ ਇੱਕ ਐਸੀ ਚੀਜ਼ ਹੈ ਵੀ ਨੀਂਦ ਦੀ ਦੁਸ਼ਮਣ ਹੈ, ਸ਼ਾਂਤੀ ਦੀ ਦੁਸ਼ਮਣ ਹੈ ਚਿੰਤਾ ਜਿਹੜੀ ਹੈ। ਔਰ ਸਿਆਣੇ ਕਹਿੰਦੇ ਨੇ ਇਹ ਚਿਖਾ ਨਾਲੋਂ ਮਾੜੀ ਹੈ। ਚਿਖਾ ਦੇ ਵਿੱਚ ਤਾਂ ਥੋੜੇ ਸਮੇਂ 'ਚ ਮੁਰਦਾ ਸੜ ਜਾਂਦਾ ਹੈ, ਇਹਦੇ 'ਚ ਤਾਂ ਹਰ ਰੋਜ਼ ਹੀ ਸੜਦਾ ਰਹਿੰਦਾ। ਤੋ ਇਸ ਕਰਕੇ ਹੈ ਇਹ ਚਿੰਤਾ ਜਿਹੜੀ ਹੈ, ਮਹਾਰਾਜ ਸਾਹਿਬ ਕਹਿੰਦੇ ਨਾਨਕ ਚਿੰਤਾ ਮਤ ਕਰੋ। ਕਿਉਂ ਕਰਦੇ ਹੋ ਚਿੰਤਾ? ਚਿੰਤਾ ਕਿਸੇ ਹੈ, ਚਿੰਤਾ ਕਿਸੇ ਵੀ ਮੁਸ਼ਕਲ ਦਾ ਇਲਾਜ ਥੋੜ੍ਹੀ ਹੈ, ਕੋਈ ਹੱਲ ਥੋੜ੍ਹੀ ਹੈ। ਚਿੰਤਾ ਸਮਾਂ ਇੱਕ ਰੋਗ ਹੈ, ਇੱਕ ਬਿਮਾਰੀ ਹੈ ਚਿੰਤਾ, ਔਰ ਆਪਣੇ ਆਪ ਨੂੰ ਆਪ ਹੀ ਲਾਈ ਹੋਈ ਹੈ, ਕਿਸੇ ਨੇ ਨਹੀਂ ਲਾਈ ਹੈ, ਆਪ ਹੀ ਲਾਈ। ਤੋ ਇਸ ਕਰਕੇ ਚਿੰਤਾ ਦੇ ਥਾਂ ਤੇ ਚਿੰਤਨ ਕਿਹਾ ਹੈ ਮਹਾਰਾਜ। ਗੁਰੂ ਸਾਹਿਬ ਕਹਿੰਦੇ ਆ ਚਿੰਤਾ ਨਾ ਕਰ, ਚਿੰਤਨ ਕਰ। ਚਿੰਤਨ ਦੇ ਵਿੱਚ ਰਸ ਹੈ, ਸ਼ਾਂਤੀ ਹੈ, ਚਿੰਤਾ ਦੇ ਵਿੱਚ ਬੇਚੈਨੀ ਹੈ। ਬਹੁਤ ਬੜਾ ਸਰਦਾਰ ਇੱਥੇ ਚੰਡੀਗੜ੍ਹ ਬਹੁਤ ਸਾਲ ਹੋ ਗਏ, ਸ਼ਾਇਦ ਫੌਜ ਦੇ ਵਿੱਚੋਂ ਰਿਟਾਇਰ ਸੀ, ਤਕੜਾ ਆਫੀਸਰ ਸੀ। ਘਰੇ ਉਹਨੇ ਆਪਣੀ ਕੋਠੀ ਦੇ ਉੱਥੇ ਦੀਵਾਨ ਚੰਡੀਗੜ੍ਹ ਲੱਗਦੇ ਰਹਿੰਦੇ ਆ, ਉਹ ਲੈ ਗਿਆ ਜਥੇ ਨੂੰ ਜਲ ਪਾਣੀ ਛਕਾਇਆ, ਸੇਵਾ ਕੀਤੀ। ਤੇ ਮੈਂ ਅਨੁਮਾਨ ਲਾਈ ਜਿਹੜਾ ਵੀ ਦੇਖੋ ਸੰਸਾਰ ਦੇ ਵਿੱਚ ਸੁਖੀ ਤੋਂ ਸੁਖੀ ਵੀ ਹੈ, ਦੁਖੀ ਤੋਂ ਦੁਖੀ ਵੀ। ਇਹ ਕਿੱਡਾ ਸੁਖੀ ਹੈ ਬੰਦਾ, ਕਿੱਡੇ ਮਹਿਲ ਨੇ ਦੇ ਕੋਲ, ਕਿੱਡਾ ਘਰ ਦਾ ਸ਼ਾਂਤ ਵਾਤਾਵਰਨ ਹੈ, ਕਿੰਨੀ ਸੋਹਣੀ ਇਹਦੀ ਦੇਹ ਹੈ। ਮੈਂ ਇਹ ਅਨੁਮਾਨ ਦੇ ਵਿੱਚ ਲੱਗਿਆ ਹੋਇਆ ਸੀ ਤੇ ਉਹ ਮੈਨੂੰ ਕਹਿੰਦਾ ਬਾਬਾ ਜੀ ਇੱਕ ਪਾਸੇ ਹੋ ਕੇ ਮੇਰਾ ਬਚਨ ਸੁਣਿਓ। ਮੈਂ ਕਿਹਾ ਇੱਥੇ ਕਰ ਲਓ। ਕਹਿੰਦੇ ਇੱਥੇ ਕਰਨ ਵਾਲਾ। ਇੱਕ ਪਾਸੇ ਹੋ ਗਏ, ਗੱਲ ਕਰਨ ਤੋਂ ਪਹਿਲਾਂ ਜੀ ਅੱਖਾਂ ਭਰ ਆਇਆ। ਮੈਂ ਕਿਹਾ ਸਰਦਾਰ ਜੀ ਕੀ ਗੱਲ ਹੈ? ਕਹਿੰਦਾ ਜੀ ਕੀ ਦੱਸਾਂ, ਮੇਰੇ ਵਰਗਾ ਦੁਖੀ ਸੰਸਾਰ ਵਿੱਚ ਕੋਈ ਨਹੀਂ। ਮੇਰੇ ਉਸੇ ਵੇਲੇ ਸੱਤ ਘਰੇ ਵਾਲਾ ਸ਼ਾਹੂਕਾਰ ਯਾਦ ਆਇਆ। ਜੇ ਮਰਦਾਨੇ ਨੇ ਕਿਹਾ ਸੀ ਜੇ ਸਭ ਤੋਂ ਸੁਖੀ ਮਾਰੇ, ਕਹਿੰਦੇ ਤਾਂ ਸਭ ਤੋਂ ਦੁਖੀ ਹੈ, ਨਾਨਕ ਦੁਖੀ ਹੈ ਸਭ ਸੰਸਾਰ। ਮੈਂ ਕਿਹਾ ਹੋਇਆ ਕੀ ਹੈ? ਕਹਿੰਦੇ ਜੀ ਚਲੋ ਹਾਲਾਤ ਕੁਛ ਹੈ ਵੀ ਮੈਨੂੰ ਨੀਂਦ ਨਹੀਂ ਆਉਂਦੀ। ਸਾਰੀ ਰਾਤ ਕਹਿੰਦਾ ਮੈਂ ਕੋਠੇ ਤੇ ਚੱਕਰ ਲਾਉਂਦਾ ਫਿਰਦਾ, ਮੈਂ ਟਾਈਮ ਦੇਖੀ ਜਾਂਦਾ, ਕਦੇ ਉੱਠ ਕੇ ਚਾਹ ਬਣਾ ਲੈਣਾ, ਕਦੇ ਚਾਹ ਪੀ, ਮੈਂ ਟਾਈਮ ਪੂਰਾ ਕਰਦਾ, ਨੀਂਦ ਨਹੀਂ ਆ ਰਹੀ। ਮੈਂ ਕਿਹਾ ਬਈ ਜਿਹੜੀ ਨੀਂਦ ਦਾ ਤੂੰ ਇੰਤਜ਼ਾਰ ਕਰਦਾ ਹੈ ਵੀ ਆਵੇ, ਸਾਧੂ ਕਹਿੰਦੇ ਨੇ ਸਾਨੂੰ ਆਵੇ ਨਾ ਕਿ ਅਸੀਂ ਭਜਨ ਸਿਮਰਨ ਕਰਨਾ, ਵੀ ਤੂੰ ਤਾਂ ਭਾਗਾਂ ਵਾਲਾ ਹੈ ਜੇ ਤੈਨੂੰ ਨੀਂਦ ਨਹੀਂ ਆਉਂਦੀ। ਇਹ ਕੀ ਗੱਲ ਹੋਈ? ਮੈਂ ਉਹਨੂੰ ਹੌਸਲਾ ਦਿੱਤਾ, ਤੂੰ ਭਾਗਾਂ ਵਾਲਾ ਹੈ, ਨੀਂਦ ਨਹੀਂ ਆਉਂਦੀ, ਤੂੰ ਇਹ ਤੋਂ ਕੰਮ ਲੈ ਜਾਗਰਤ ਵਾਸਤੇ। ਸਾਰੀ ਦੁਨੀਆ ਸੁੱਤੀ ਵੀ, ਤੇਰਾ ਪਰਿਵਾਰ ਸੁੱਤਾ, ਤੂੰ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦੇ। ਸਾਧ ਸੰਗਤ ਜੀ ਉਹਨੇ, ਮੈਂ ਕਿਹਾ ਵੀ ਇਸ ਤਰ੍ਹਾਂ ਕਰ, ਤੂੰ ਫਿਰ ਤੁਰ ਕੇ ਨਾ ਜਾਪ ਕਰੇ। ਕਹਿੰਦੇ ਜੀ ਹੋਰ ਕਿਵੇਂ? ਮੈਂ ਕਿਹਾ ਲੰਮਾ ਪੈ ਕੇ ਜਾਪ ਕਰੇ, ਕਿਤੇ ਤੁਸੀਂ ਨਾ ਇਕਣ ਕਰਨ ਲੱਗ ਜਾਓ, ਇਹ ਜਿਹਦੀ ਗੱਲ ਚੱਲਦੀ ਹੈ ਉਹਨੂੰ ਸਮਝੋ। ਮੈਂ ਕਿਹਾ ਜਦੋਂ ਲੰਮਾ ਪੈਗਾ ਉਦੋਂ ਜਾਪ ਕਰੀ, ਸੁਰਤੀ ਨੂੰ ਟਿਕਾ ਕੇ ਨਾਮ ਦੇ ਵਿੱਚ ਜੋੜ ਕੇ ਐਨ ਵਿਰਾਗ ਧਾਰ ਕੇ। ਉਹ ਹੁਣ ਜਦੋਂ ਸ਼ਾਂਤੀ ਆ ਗਈ, ਬੇਚੈਨੀ ਖਤਮ ਹੋ ਗਈ, ਉਹ ਮੂਲ ਮੰਤਰ ਪੜ੍ਹਦੇ ਪੜ੍ਹਦੇ ਸੌਂ ਜਾ ਕਰੇ। ਕਹਿੰਦਾ ਜੀ ਹੁਣ ਆਉਣ ਲੱਗੀ ਨੀਂਦ। ਮੈਂ ਕਿਹਾ ਮੈਂ ਤੈਨੂੰ ਕੀ ਦੱਸਾਂ ਵੀ ਮੈਂ ਕੋਈ ਦਵਾਈ ਥੋੜ੍ਹੀ ਦਿੱਤੀ ਹੈ, ਤੈਨੂੰ ਇੱਕ ਤਰੀਕਾ ਦੱਸਿਆ ਹੈ ਸ਼ਾਂਤੀ ਨੂੰ ਪ੍ਰਾਪਤ ਕਰਨ ਦਾ। ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਆ ਸਕਦੀ।
ਸੋ ਇਸ ਕਰਕੇ ਅੰਦਰ ਚਿੰਤਾ ਹੈ, ਫਿਰ ਉਹਨੂੰ ਚਿੰਤਾ ਹੈ। ਵੈਸੇ ਤਾਂ ਸ਼ਾਸਤਰਾਂ ਨੇ 3 ਬੰਦਿਆਂ ਨੂੰ ਦੱਸਿਆ ਵੀ ਨੀਂਦ ਨਹੀਂ ਆਉਂਦੀ ਹੁੰਦੀ। ਰਿਣ ਕੁਮਾਰੀ ਕੋ ਪਿਤਾ ਜੇ ਸਿਰ ਵੈਰੀ ਹੋਏ, ਇਨ तीनों ਕੋਈ ਨੈਣ में ਨਿੰਦਰਾ ਕਵੀ ਨਾ ਹੋਏ। ਉਹਦੀ ਹੁਣ ਵਿਆਖਿਆ ਵਧੀ ਹੈ, ਆਪਣਾ ਸਮਾਂ ਨਹੀਂ ਹੈ ਬਈ ਇਹਦੇ ਵਿੱਚ ਇੱਕ ਤਾਂ ਜਿਹਦੀ ਕੁਆਰੀ ਕੁੜੀ ਜਵਾਨ ਘਰ ਦੇ ਵਿੱਚ ਹੋਵੇ ਤੇ ਉਹਦੀ ਸ਼ਾਦੀ ਕਰਨ ਵਾਸਤੇ ਜਾਂ ਹੋਰ ਹੈ ਵੀ ਧਨ ਨਾ ਹੋਵੇ ਜਾਂ ਕੁਛ ਹੋਰ ਹਾਲਾਤ ਹੋਣ, ਉਹ ਚਿੰਤਾ ਹੁੰਦੀ ਹੈ ਵੀ ਮੈਂ ਧੀ ਨੂੰ ਕਿਵੇਂ ਤੋਰਾਂ। ਪੁਰਾਣੇ ਸਮੇਂ ਦੀ ਗੱਲ ਹੈ, ਹੁਣ ਕਿਹੜੀ ਇਹਦੀ ਚਿੰਤਾ, ਨਾ ਬੱਚਿਆਂ ਨੂੰ ਚਿੰਤਾ ਨਾ ਮਾਂ ਬਾਪਾਂ ਨੂੰ, ਤਾਂ ਆਪ ਹੀ ਕਰ ਕਰਾ ਲੈਂਦੇ ਬੱਚੇ। ਤੋ ਇਸ ਕਰਕੇ ਹੈ ਇਹ ਰਿਣ। ਦੂਸਰਾ ਹੈ ਕਰਜ਼ਾ ਚੜਿਆ ਹੋ, ਉਹਨੂੰ ਵੀ ਨਹੀਂ ਦੇ। ਤੀਸਰਾ ਜਿਹਦੇ ਸਿਰ ਤੇ ਬੈਰੀ ਖੜਾ ਹੋਵੇ ਨਾ, ਨੀਂਦ ਨਹੀਂ ਆਉਂਦੀ, ਖੁੰਝ ਜਾਂਦੇ ਆ, ਕਿਤੇ ਔਖੇ ਖੜਾ ਮੇਰਾ ਬੈਰੀ ਉੱਥੇ ਖੜਾ ਹੈ। ਇਨ तीनों ਕੋਈ ਨੈਣ में ਨਿਦਰਾ ਕਵੀ ਨਾ ਹੋਵੇ। ਤੋ ਨੀਂਦ ਸਾਧ ਜੀ ਇਸ ਕਰਕੇ ਮਨਮੁਖਾਂ ਨੂੰ ਸੰਸਿਆਂ ਦੇ ਕਾਰਨ ਨੀਂਦ ਦੇ ਵਿੱਚ ਅੰਤਰ ਚਿੰਤਾ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਚਿੰਤਾ ਲੱਗੀ ਨਾ, ਰੱਬ ਨੂੰ ਮਿਲਣਾ ਹੈ, ਉੱਥੇ ਰਾਤਾਂ ਨੂੰ ਨੀਂਦਾਂ ਨਹੀਂ ਆਉਂਦੀਆਂ ਫਿਰ ਉਹਨਾਂ ਨੂੰ। ਉਹ ਤਾਂ ਵੀ ਭਜਨ ਸਿਮਰਨ ਕਰਦੇ, ਕਹਿੰਦੇ ਸੰਸਾਰ ਸੁੱਤਾ ਪਿਆ ਭਿੰਨੀ ਰਹਿਣੜੀਏ ਚਾਮਕਨ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਇਸ ਪ੍ਰਕਾਰ ਵੀ ਹੈ ਜੀ। ਗਿਆਨੀ ਜਾਗਹਿ ਸਭੈ ਸੁਭਾਏ। ਗਿਆਨੀ ਦਾ ਅਰਥ ਇੱਥੇ ਉਹ ਗਿਆਨੀ ਨਹੀਂ ਹੈ ਜਿਹੜਾ ਆਪਾਂ ਇੱਕ ਦੂਜੇ ਨੂੰ ਕਹਿੰਦੇ ਗਿਆਨੀ ਜੀ ਆ ਜਾਓ ਜੀ, ਚਿੱਟੀ ਪੱਗ ਬੰਨ ਲਈ, ਨੀਲੀ ਬਣ ਲਈ, ਖੱਟੀ ਬੰਨ ਲਈ, ਗਿਆਨੀ ਜੀ ਬਣ ਗਏ, ਜਾਂ ਗ੍ਰੰਥੀ ਨੂੰ ਗਿਆਨੀ ਸਿੰਘ ਕਹਿੰਦਾ। ਇੱਥੇ ਗਿਆਨੀ ਦਾ ਅਰਥ ਹੈ ਬ੍ਰਹਮ ਗਿਆਨੀ। ਤੇ ਗਿਆਨੀ ਜਗ ਹੈ ਸਭੈ ਸੁਹਾਏ। ਗਿਆਨਵਾਨ ਜਿਹੜਾ ਗਿਆਨ ਅਵਸਥਾ ਚੌਥੇ ਪਦ ਵਿੱਚ ਜਾਗਦਾ ਹੈ। ਆ ਸੁਤੇ ਸਿੱਧੀ ਸੁਭਾਵ ਕੀ ਉਹਦੀ ਕਿਰਿਆ ਹੈ, ਉਹ ਸੁਤੇ ਸਿੱਧੀ ਬ੍ਰਹਮ ਗਿਆਨ ਵਿੱਚ ਜਾਗਦਾ ਹੈ। ਨਾਨਕ ਨਾਮ ਰਤਿਆਂ ਬਲ ਜਾ। ਮਹਾਰਾਜ ਕਹਿੰਦੇ ਗੁਰਸਿੱਖੋ ਬਹੁਤੀ ਗੱਲ ਕੀ ਕਰਨੀ ਹੈ। ਗੋਇੰਦਵਾਲ ਸਾਹਿਬ ਬੈਠੇ ਸੀ, ਹਜ਼ੂਰ ਪਾਤਸ਼ਾਹ ਤੀਸਰੇ ਪਾਤਸ਼ਾਹ ਕਹਿੰਦੇ ਬਸ ਮੈਂ ਤਾਂ ਇੰਨੇ ਹੀ ਕਹੂੰਗਾ ਵੀ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਈਏ, ਜਿਨ੍ਹਾਂ ਦੀ ਐਸੀ ਅਵਸਥਾ ਬਣ ਗਈ ਨਾਮ ਦੇ ਵਿੱਚ ਰੰਗਿਆ ਹੋਇਆਂ ਤੋਂ। ਬਾਬਾ ਬੁੱਢਾ ਸਾਹਿਬ ਵੱਲ ਇਸ਼ਾਰਾ ਕਰਕੇ ਕਹਿਤਾ, ਇਹੋ ਜਿਹੇ ਬਾਬਾ ਬੁੱਢਾ ਸਾਹਿਬ ਵਰਗਿਆਂ ਤੋਂ ਮੈਂ ਤਾਂ ਬਲਿਹਾਰ ਜਾਂਦਾ। ਗੁਰੂ ਨੇ ਵਡਿਆਈ ਕੀਤੀ ਉਹਨਾਂ ਗੁਰਸਿੱਖਾਂ ਦੇ। ਪੌੜੀ ਇਹ ਹੁਣ ਗੁਰੂ ਰਾਮਦਾਸ ਦੇ ਬਚਨ ਨੇ ਪੌੜੀ ਜਿਹੜੀਆਂ, ਕਿਉਂਕਿ ਬਾਜ਼ ਦੇ ਵਿੱਚ ਪੌੜੀਆਂ ਸ਼ੁਰੂ 'ਚ ਗੁਰੂ ਅਰਜਨ ਦੇਵ ਜੀ ਨੇ ਸੂਚਨਾ ਦੇ ਦਿੱਤੀ ਹੈ ਵੀ ਇਹ ਗੌੜੀ ਦੀ ਵਾਰ ਮਹੱਲੇ ਚੌਥੇ ਦੀ ਹੈ, ਯਾਨੀ ਪੌੜੀਆਂ ਚੌਥੇ ਪਾਸੇ। ਪੌੜੀਆਂ ਦਾ ਅਰਥ ਹੀ ਵਾਰ ਦਾ ਅਰਥ ਹੀ ਪੌੜੀਆਂ ਹੁੰਦਾ ਹੈ। ਤੋ ਇਸ ਕਰਕੇ ਹੁਣ ਅੱਗੇ ਪੌੜੀ ਕਥਨ ਕਰਦੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ। ਸੇ ਹਰ ਨਾਮ ਧਿਆਵੈ ਹੈ, ਜੋ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹੈ। ਹੁਣ ਧਿਆ ਕਰ ਬਿਰਤੀ ਬਣੇ ਤੋਂ ਬਿਨਾਂ ਕਿਵੇਂ ਕੋਈ ਧਿਆ ਲੂਗਾ? ਇਹ ਤਾਂ ਇੰਨਾ ਹੀ ਅਰਥ ਹੈ ਇਹਦਾ। ਫਿਰ ਧਿਆ ਕਰ ਬਿਰਤੀ ਕੀ ਹੁੰਦੀ ਹੈ? ਉਹ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਬੜੀਆਂ ਸਮਝਣ ਵਾਲੀਆਂ ਗੋਹਜ ਭੇਦ ਨੇ। ਇਹ ਰਸ਼ਮਾਂ ਵੀ ਮੁੱਖ ਵਾਕ ਆ ਗਿਆ ਦੀ, ਉਹਦੀ ਰਸ਼ਮੀ ਤੌਰ ਤੇ ਅੱਖਰੀ ਅਰਥ ਕਰ ਦੋ, ਇੰਨੀ ਬਹੁਤ ਹੈ। ਕਿਉਂਕਿ ਨਾ ਲੋਕਾਂ ਕੋਲ ਟਾਈਮ ਹੈ ਜਿਨ੍ਹਾਂ ਨੇ ਭਜਨ ਅੱਡ ਤੇ ਜਾ ਕੇ ਆਪਣੀਆਂ ਰੋਜੀ ਰੋਟੀ ਕਮਾਉਣੀ ਹੈ। ਇਸ ਕਰਕੇ ਫਿਰ ਪ੍ਰਬੰਧ ਕਰਨੇ ਨੂੰ ਨਾ ਕਰ ਰੱਖਿਆ ਹੋਇਆ ਵੀ ਰਸ਼ਮ ਪੂਰੀ ਕਰ ਲਓ। ਇਹ ਅਰਥ ਨਹੀਂ ਕਹੇ ਜਾ ਸਕਦੇ। ਅਰਥ ਦਾ ਇੱਕ ਇੱਕ ਪਦ ਨੂੰ ਖੋਲਣ ਲੱਗਿਆ ਸਮਾਂ ਲੱਗਦਾ ਹੈ। ਤੋ ਇਸ ਕਰਕੇ ਹੈ ਜੋ ਹਰ ਨਾਮ ਧਿਆਵੈ। ਬੋਲੋ ਜੀ ਦੁਬਾਰੇ। ਜੋ ਹਰ ਨਾਮ ਧਿਆਵੈ ਹੈ, ਜੋ ਧਿਆ ਕਰ ਬਿਰਤੀ ਬਣਾ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ। ਜੋ ਹਰ ਰਤਿਆ। ਕੌਣ ਧਿਆਉਂਦੇ ਨੇ? ਉਹ ਧਿਆਉਂਦੇ ਸੇ ਹਰ ਨਾਮ ਧਿਆਵੈ। ਪਹਿਲਾਂ ਮੂਰੇ ਸੇ, ਉਹ ਧਿਆਉਂਦੇ ਆ ਇਹ ਜਿਹੜੇ ਬਈ ਇੱਕ ਵਾਹਿਗੁਰੂ ਦੇ ਵਿੱਚ ਹੀ ਰੰਗੇ ਹੋਏ, ਜੋ ਹਰ ਰਤਿਆ ਰੱਬ ਦੇ ਨਾਲ ਪ੍ਰੇਮ ਕਰਨ ਵਾਲੇ ਹਨ। ਹਰ ਇੱਕ ਧਿਆਵੈ ਇੱਕ। ਹਰੀ ਪਰਮੇਸ਼ਰ ਵਾਹਿਗੁਰੂ ਇੱਕ ਅਖੰਡ ਸਰੂਪ ਹੈ। ਉਹ ਦੇਵੀ ਦੇਵਤਿਆਂ ਨੂੰ ਇੱਕ ਦੇ ਹੀ ਧਿਆਨ ਧਰਦੇ ਆ, ਇੱਕੋ ਹੀ ਧਿਆਨ ਹੈ ਉਹਨਾਂ ਦੇ ਅੰਦਰ। ਇੱਕੋ ਹਰ ਸਤਿਆ। ਉਹ ਪਰਮੇਸ਼ਰ ਵਾਹਿਗੁਰੂ ਸਤ ਸਰੂਪ ਹੀ ਹੈ ਸਾਰਿਆਂ ਦੇ ਅੰਦਰ, ਇੱਕੋ ਹੀ ਹੈ, ਦੂਸਰਾ ਨਹੀਂ ਹੈ ਕੋਈ। ਹਰ ਇੱਕੋ ਵਰਤੈ ਇੱਕ। ਹਰੀ ਪਰਮੇਸ਼ਰ ਇੱਕੋ ਹੀ ਸਾਰੇ चेतन सत्ता रूप होकर के वरतया है, व्यापक रूप होकर के वरतया है। हर इको वरत है एक, इको एक वाहिगुरु ही वरत रहा है। सो ऐसा है परमेश्वर। इको उत्पत्तिया। एक वाहिगुरु तो ही सब दी उत्पत्ति है। जिमें हर बच्चे दी उत्पत्ति अपने माता पिता तो है,
ਇਹ ਸਾਰੇ ਸੰਸਾਰ ਦੇ ਜਿੰਨੇ 84 ਲੱਖ ਜੀਵਨ ਜੋ ਵੀ ਕੁਝ ਦੇਖਦੇ ਆ, ਇਹਦੀ ਉਤਪਤੀ ਵਾਹਿਗੁਰੂ ਤੋਂ ਹੀ ਹੈ, ਉਹ ਤੋਂ ਬਿਨਾਂ ਨਹੀਂ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰਾ ਨਹੀਂ, ਕੋਈ ਦੂਸਰਾ ਨਹੀਂ ਹੈ ਕੋਈ। ਜੋ ਹਰ ਨਾਮ ਧਿਆਵੇ ਹੈ, ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਂਦੇ ਹਨ, ਤਿੰਨ ਡਰ ਸੱਟ ਘੱਤਿਆ। ਤੇ ਉਹ ਹੁਣ ਇਹ ਪੋਠੋਹਾਰ ਦੀ ਬੋਲੀ ਆ, ਘੱਤਿਆ ਸੁੱਟ ਦਿੱਤਾ ਹੈ ਉਹਨਾਂ ਨੇ। ਜਿਹੜਾ ਡਰ ਸੀ ਨਾ ਤੇ ਉਹ ਸੁੱਟ ਦਿੱਤਾ, ਮਤਲਬ ਪੈ ਹੀ ਨਹੀਂ ਰਿਹਾ ਕੋਈ, ਨਿਰਭਉ ਜਪੈ ਸਗਲ ਭਉ ਮਿਟੈ। ਤੇ ਇਸ ਕਰਕੇ ਉਹਨਾਂ ਨੇ ਡਰ ਜਿਹੜਾ ਸੀ, ਜਮਾਂ ਦਾ ਡਰ ਸੀ, ਨਰਕਾਂ ਦਾ ਡਰ ਸੀ, ਇਹ ਸਾਰਾ ਸੁੱਟ ਦਿੱਤਾ ਹੈ। ਗੁਰਮਤੀ ਦੇਵੈ ਆਪ, ਇਹ ਵਾਹਿਗੁਰੂ ਕਿਰਪਾ ਕਰੇ ਜਿਨ੍ਹਾਂ ਨੂੰ ਗੁਰੂ ਆਪ ਹੀ ਉਹਨਾਂ ਦੀ ਆਤਮ ਵਿਸ਼ੈਣੀ ਬੁੱਧ ਬਣਾ ਕੇ ਸਿੱਖਿਆ ਦੇਵੇ। ਗੁਰਮਤੀ ਦੇਵੇ ਆਪ, ਆਪ ਹੀ ਵਾਹਿਗੁਰੂ ਕਿਰਪਾ ਕਰਕੇ ਗੁਰੂ ਦੁਆਰਾ ਸਿੱਖਿਆ ਦੇਵੇ। ਗੁਰਮੁਖ ਹਰ ਜਪਿਆ, ਉਹਨਾਂ ਗੁਰਮੁਖਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ। ਜਪਣ ਤੋਂ ਬਿਨਾਂ ਸਾਸ ਦੀ ਗੱਲ ਬਣਨੀ ਨਹੀਂ ਹੈ। ਜਪਿਆ ਜਪਾਇਆ ਕਿਤੋਂ ਮਿਲਣਾ ਨਹੀਂ ਹੈ, ਖੁਦ ਨੂੰ ਜਪਣਾ ਪਏਗਾ। ਜਿਵੇਂ ਰੋਟੀ ਖੁਦ ਨੂੰ ਖਾਣੀ ਪੈਂਦੀ ਹੈ, ਭੁੱਖ ਮਿਟ ਜਾਂਦੀ ਹੈ, ਸਰੀਰ ਦੇ ਵਿੱਚ ਤਾਕਤ ਪੈਦਾ ਹੁੰਦੀ ਹੈ। ਇਸ ਤਰ੍ਹਾਂ ਨਾਮ ਵੀ ਆਪ ਹੀ ਜਪਿਆ ਜਾਏਗਾ। ਤੇ ਇਹਦੀ ਆਦਤ ਬਣਾਉਣ ਦੀ ਗੱਲ ਹੈ। ਆਪਣੀ ਗੱਲਾਂ ਦੀ ਆਦਤ ਬਚਪਨ ਤੋਂ ਬਣੀ ਹੋਈ ਹੈ, ਗੱਲਾਂ ਸੁਣਨ ਦੀ ਆਦਤ ਬਣੀ ਹੈ, ਨਿੰਦਿਆ ਕਰਨ ਦੀ ਆਦਤ ਬਣੀ, ਆਦਤ ਹੀ ਬਦਲਣੀ ਹੈ, ਆਦਤ ਹੀ ਬਣਾਉਣੀ ਹੈ। ਪਹਿਲਾਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਕਰਨੇ, ਫਿਰ ਹੌਲੀ ਹੌਲੀ ਅੰਦਰ ਉਹੀ ਜਾਪ ਜਿਹੜਾ ਨਾ ਉਹ ਧੁਨੀ ਬਣ ਕੇ ਜਪ ਜਾਂਦਾ। ਹਿਰਦੇ ਹਰ 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 ਧੁਨ ਉਪਜੀ, ਹਰ ਜਪੀਆ ਮਸਤਕ ਭਾਗ ਜੀਓ। ਪਰ ਜਪਣਾ ਹੀ ਪਏਗਾ ਪਹਿਲਾਂ। ਆਓ ਇੱਥੇ ਅੱਜ ਦੀ ਵਿਚਾਰ ਸਮਾਪਤ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਖਿਮਾ ਬਖਸ਼ਿਸ਼ ਕਰਨ ਤੇ ਨਾਮ ਦੀ ਧੁਨ ਸਾਡੇ ਸਾਰਿਆਂ ਦੇ ਅੰਦਰ ਜਾਗਰਤ ਹੋ ਜਾਏ। ਅਰਦਾਸਾਂ ਕਰੋ, ਬੇਨਤੀਆਂ ਕਰੋ ਕਿ ਮਹਾਰਾਜ ਕਿਰਪਾ ਕਰਕੇ ਨਾਮ ਦੀ ਬਖਸ਼ਿਸ਼ ਕਰਦੇ। ਆਓ ਹੁਣ ਇੱਥੇ ਸਮਾਪਤ। ਹਾਂਜੀ ਬੋਲੇ ਬੋਲੇ। ਜੋ ਹਰ ਨਾਮ ਧਿਆਵੈ ਹੈ, ਤਿੰਨ ਡਰ ਸੱਟ ਘੱਤਿਆ। ਗੁਰਮਤੀ ਦੇਵੇ ਆਪ, ਗੁਰਮੁਖ ਹਰ ਜਪਿਆ। ਹੇ ਗੋਵਿੰਦ ਹੇ ਗੋਪਾਲ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਈ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ। ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।